अनमोल वचन। सतगुरु दी साजी और नवाजी गुरु प्यारी साध संगत जी, वाहिगुरु जी का खालसा, वाहिगुरु जी की फतेह। आप जी सरवण कर रहे सी कि गुरु हरगोबिंद साहब महाराज जी ने ਵੱਖ-ਵੱਖ ਥਾਵਾਂ ਦੇ ਉੱਪਰ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਬਿਰਾਜਮਾਨ ਸਨ, ਉਸ ਵਕਤ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਅੰਮ੍ਰਿਤਸਰ ਦੀ ਧਰਤੀ ਤੇ ਆਇਆ। ਕਾਰਨ ਕੀ ਸੀ? ਲਾਹੌਰ ਦਾ ਜਿਹੜਾ ਸੂਬੇਦਾਰ ਮੁਰਤਜ਼ਾ ਖਾਨ ਸੀ, ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਨਵਾਂ ਸੂਬੇਦਾਰ ਲਾਇਆ ਗਿਆ ਗਿਆਸ ਬੇਗ। ਗਿਆਸ ਬੇਗ ਨੇ ਜਹਾਂਗੀਰ ਨੂੰ ਖੁਸ਼ ਕਰਨ ਵਾਸਤੇ ਲਾਹੌਰ ਦੀ ਧਰਤੀ ਤੇ ਸੱਦਾ ਭੇਜਿਆ। ਜਦੋਂ ਜਹਾਂਗੀਰ ਲਾਹੌਰ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਗਮਟਾਲੇ ਦੇ ਨੇੜੇ ਉਹਨੇ ਆਪਣਾ ਡੇਰਾ ਕੀਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਿਲਣ ਵਾਸਤੇ ਅੰਮ੍ਰਿਤਸਰ ਦੀ ਧਰਤੀ ਤੇ ਆਇਆ। ਇੱਥੇ ਆਣ ਕੇ ਉਹਨੇ ਗੁਰੂ ਦਾ ਦਰਬਾਰ ਤੱਕਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤਖਤ ਦੇ ਉੱਪਰ ਸ਼ੋਭਾਇਮਾਨ ਦੇਖੇ। ਇੱਕ ਸਿੱਖ ਚੌਰ ਕਰ ਰਿਹਾ ਹੈ, ਗੁਰੂ ਦੇ ਦਰਬਾਰ ਵਿੱਚ ਕੀਰਤਨ ਹੋ ਰਿਹਾ ਹੈ। ਕਿੱਥੇ ਗੁਰੂ ਦੇ ਦਰਬਾਰ ਵਿੱਚ ਸ਼ਸਤਰ ਵਿਦਿਆ ਖੇਡੀ ਜਾ ਰਹੀ ਹੈ। ਇਹ ਸਾਰਾ ਕੁਝ ਵੇਖ ਕੇ ਜਹਾਂਗੀਰ ਸੜ ਬਲ ਕੇ ਕੋਲਾ ਹੋ ਗਿਆ, ਪਰ ਗੁਰੂ ਸਾਹਿਬ ਨਾਲ ਬਣੇ ਹੋਏ ਸੰਬੰਧਾਂ ਕਰਕੇ ਚੁੱਪ ਰਿਹਾ, ਕੁਝ ਕਹਿ ਨਾ ਸਕਿਆ। ਬਲਕਿ ਬੇਨਤੀ ਕਰਕੇ ਕਹਿੰਦਾ, ਸਤਿਗੁਰੂ, ਮੈਂ ਇਹ ਸਾਰੇ ਦੇ ਸਾਰੇ ਜਿਹੜੇ ਪ੍ਰਬੰਧ ਤੁਸੀਂ ਚਲਾ ਰਹੇ ਹੋ, ਇਹਨਾਂ ਵਾਸਤੇ ਕੋਈ ਮਾਇਆ ਭੇਟ ਕਰਨੀ ਚਾਹੁੰਦਾ ਹਾਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਜਹਾਂਗੀਰ ਬਾਦਸ਼ਾਹ, ਗੁਰੂ ਘਰ ਦੇ ਕਾਰਜ ਬਾਦਸ਼ਾਹ ਦੀ ਮਾਇਆ ਦੇ ਨਾਲ ਨਹੀਂ ਚੱਲਦੇ। ਗੁਰੂ ਘਰ ਦੇ ਕਾਰਜ ਸਿੱਖਾਂ ਦੀ ਦਸਵੰਧ ਦੀ ਮਾਇਆ ਦੇ ਨਾਲ ਚੱਲਦੇ ਹੈ। ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਨਮਸਕਾਰ ਕਰਨ ਵਾਸਤੇ ਗਿਆ। ਨਾਲ ਉਹਦੀ ਬੇਗਮ ਨੂਰ ਜਹਾਂ ਨੇ ਮਾਤ ਗੰਗਾ ਜੀ ਦੇ ਕੋਲੋਂ ਆਸ਼ੀਰਵਾਦ ਪ੍ਰਾਪਤ ਕੀਤਾ। ਕੁਝ ਸਮਾਂ ਰੁਕਣ ਤੋਂ ਬਾਅਦ ਜਹਾਂਗੀਰ ਬਾਦਸ਼ਾਹ ਲਾਹੌਰ ਦੀ ਧਰਤੀ ਤੇ ਚਲਿਆ ਗਿਆ। ਨਵੇਂ ਬਣੇ ਸੂਬੇਦਾਰ ਨੇ ਬੜੇ ਵੱਡੇ ਪੱਧਰ ਦੇ ਉੱਪਰ ਜਹਾਂਗੀਰ ਬਾਦਸ਼ਾਹ ਦਾ ਸਵਾਗਤ ਕੀਤਾ, ਉਹਨੂੰ ਖੁਸ਼ ਕਰਨ ਦਾ ਯਤਨ ਕੀਤਾ। ਗਿਆਸ ਬੇਗ ਨੇ ਸਾਰੇ ਦੇ ਸਾਰੇ ਲਾਹੌਰ ਨੂੰ ਸਜਾਇਆ, ਆਓ ਭਗਤ ਕੀਤੀ। ਇਹ ਸਾਰਾ ਕੁਝ ਵੇਖ ਕੇ ਜਹਾਂਗੀਰ ਬਾਦਸ਼ਾਹ ਬੜਾ ਖੁਸ਼ ਹੋਇਆ ਤੇ ਉਹਨੂੰ ਵੱਡੇ ਵੱਡੇ ਖਿਤਾਬ ਦੇ ਕੇ ਨਵਾਜ ਕੇ ਗਿਆ। ਜਦੋਂ ਲਾਹੌਰ ਦੀ ਧਰਤੀ ਦੇ ਉੱਪਰ ਜਹਾਂਗੀਰ ਬਾਦਸ਼ਾਹ ਸੀ, ਉਹਨੇ ਅੰਮ੍ਰਿਤਸਰ ਦੀ ਧਰਤੀ ਤੇ ਸੁਨੇਹਾ ਭੇਜਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਿ ਸਤਿਗੁਰੂ, ਤੁਸੀਂ ਵੀ ਲਾਹੌਰ ਦੀ ਧਰਤੀ ਤੇ ਆਓ। ਭਾਵੇਂ ਕਿ ਉਹਦਾ ਸੱਦਾ ਆਉਣ ਦੇ ਨਾਲ ਕੁਝ ਸਿੱਖਾਂ ਦੇ ਵਿੱਚ ਘਬਰਾਹਟ ਫੈਲੀ ਕਿ ਅੱਗੇ ਵੀ ਬਾਦਸ਼ਾਹ ਨੇ ਸੱਦਿਆ ਸੀ, ਫਿਰ ਕੈਦ ਕਰ ਲਿਆ ਸੀ। ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਬਾਦਸ਼ਾਹ ਦੇ ਨਾਲ ਹਾਲਾਤ ਸਖਾਵੇਂ ਹੈ, ਚੰਗੇ ਸੰਬੰਧ ਬਣ ਚੁੱਕੇ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਲਾਹੌਰ ਦੀ ਧਰਤੀ ਤੇ ਗਏ, ਆਪਣਾ ਵੱਖਰਾ ਡੇਰਾ ਕੀਤਾ। ਜਹਾਂਗੀਰ ਦੇ ਨਾਲ ਮੁਲਾਕਾਤ ਵੀ ਹੋਈ। ਬੜਾ ਹਾਰ ਸ਼ਿੰਗਾਰ ਕਰਕੇ ਸੱਜ ਧੱਜ ਕੇ ਨੂਰ ਜਹਾਂ ਵੀ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋਈ, ਨਮਸਕਾਰ ਕੀਤੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਨੂਰ ਜਹਾਂ, ਆ ਜਿੰਨਾ ਹਾਰ ਸ਼ਿੰਗਾਰ ਤਨ ਦੇ ਉੱਪਰ ਕੀਤਾ ਏ, ਇਹ ਕਿਤੇ ਮਨ ਦੇ ਉੱਪਰ ਕੀਤਾ ਹੋਵੇ, ਭਾਵ ਮਨ ਨੂੰ ਸਵਾਰਿਆ ਹੋਵੇ ਚੰਗੇ ਗੁਣਾਂ ਦੇ ਨਾਲ, ਤਾਂ ਕਰਕੇ ਰੱਬ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਨੇ ਜਹਾਂਗੀਰ ਬਾਦਸ਼ਾਹ ਨੂੰ ਵੀ ਸਮਝਾਇਆ ਕਿ ਇਸ ਸੰਸਾਰ ਦੇ ਲਈ, ਮਾਨਵਤਾ ਦੇ ਭਲੇ ਦੇ ਲਈ ਕਾਰਜ ਕਰਨੇ ਚਾਹੀਦੇ ਹੈ। ਡੱਬੀ ਬਾਜ਼ਾਰ ਦੇ ਵਿੱਚ ਬੌਲੀ ਦੀ ਜਿਹੜੀ ਅਧੂਰੀ ਪਈ ਉਸਾਰੀ ਸੀ, ਉਹਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਰਵਾਉਣਾ ਆਰੰਭ ਕੀਤਾ। ਹੋਰ ਸਿੱਖੀ ਦੇ ਮਹਾਨ ਕਾਰਜ ਸਤਿਗੁਰੂ ਨੇ ਕਰਨੇ ਸ਼ੁਰੂ ਕੀਤੇ। ਜਿਸ ਵਕਤ ਬਾਦਸ਼ਾਹ ਜਹਾਂਗੀਰ ਕਸ਼ਮੀਰ ਨੂੰ ਚਲਿਆ ਗਿਆ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਪਸ ਅੰਮ੍ਰਿਤਸਰ ਦੀ ਧਰਤੀ ਤੇ ਆ ਗਏ। ਇੱਥੋਂ ਫੇਰ ਸਤਿਗੁਰੂ ਪ੍ਰਚਾਰ ਦੌਰਿਆਂ ਵਾਸਤੇ ਚੱਲੇ ਤੇ ਮੇਰੇ ਗੁਰਦੇਵ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਨਵਾਂ ਨਗਰ ਵਸਾਉਣਾ ਆਰੰਭ ਕੀਤਾ,
ਜਿਹਦਾ ਨਾਮ ਰੱਖਿਆ ਗਿਆ ਗੋਬਿੰਦਪੁਰਾ। ਬਾਅਦ ਵਿੱਚ ਇਸ ਨਵੇਂ ਨਗਰ ਦਾ ਨਾਮ ਹਰਗੋਬਿੰਦਪੁਰਾ ਪੈ ਗਿਆ। ਸਤਿਗੁਰੂ ਸਾਹਿਬ ਜੀ ਨੇ ਇਹ ਨਵਾਂ ਨਗਰ ਵਸਾਇਆ। ਬਹੁਤ ਸਾਰੇ ਸਿੱਖਾਂ ਨੇ ਬੜੇ ਪਿਆਰ ਦੇ ਨਾਲ ਇੱਥੇ ਭਾਵਨਾ ਦੇ ਨਾਲ ਸੇਵਾ ਕੀਤੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਰਗੋਬਿੰਦਪੁਰੇ ਦੀ ਧਰਤੀ ਤੇ ਹੀ ਬਿਰਾਜਮਾਨ ਸਨ ਕਿ ਇੱਕ ਬ੍ਰਾਹਮਣ, ਇੱਕ ਪੰਡਤ ਨਿਤਿਆਨੰਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਸ਼ਾਮਲ ਹੋਇਆ। ਆਣ ਕੇ ਕਹਿਣ ਲੱਗਿਆ, ਕਹਿੰਦਾ ਸਤਿਗੁਰੂ, ਮੈਂ ਤੁਹਾਡੇ ਦਰਬਾਰ ਦੇ ਵਿੱਚ ਗਰੁੜ ਪੁਰਾਣ ਦੀ ਕਥਾ ਕਰਨੀ ਚਾਹੁੰਦਾ ਹਾਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ। ਬ੍ਰਾਹਮਣ, ਉਹ ਜਿਹੜਾ ਪੰਡਤ ਹੈ, ਉਹ ਚਾਹੁੰਦਾ ਹੈ ਕਿਸੇ ਤਰੀਕੇ ਦੇ ਨਾਲ ਜਿਹੜਾ ਸਹਿਜੇ ਸਹਿਜੇ ਸਿੱਖਾਂ ਦੇ ਵਿੱਚੋਂ ਸਾਡਾ ਆਧਾਰ ਘਟਦਾ ਜਾਂਦਾ ਹੈ, ਇਸ ਆਧਾਰ ਨੂੰ ਦੁਬਾਰਾ ਸਥਾਪਿਤ ਕਰ ਲਿਆ ਜਾਏ। ਉਹਦੇ ਵਾਸਤੇ ਉਹ ਗੁਰੂ ਦਰਬਾਰ ਵਿੱਚ ਆਣ ਕੇ ਗਰੁੜ ਪੁਰਾਣ ਦੀ ਕਥਾ ਕਰਨੀ ਚਾਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਥਾ ਕਰਨ ਦੀ ਇਜਾਜ਼ਤ ਦੇ ਦਿੱਤੀ। ਉਹਨੇ ਬੜੇ ਤਰੀਕਿਆਂ ਦੇ ਨਾਲ ਇਹ ਗੱਲ ਦਰਸਾਉਣ ਦਾ ਯਤਨ ਕੀਤਾ ਕਿ ਸਵਰਗ ਬੜਾ ਵਧੀਆ ਹੈ। ਬੜੇ ਯਤਨ ਕਰਕੇ ਇਹ ਗੱਲ ਦਰਸਾਉਣ ਦਾ ਯਤਨ ਕੀਤਾ ਕਿ ਇਹ ਗਰੁੜ ਪੁਰਾਣ ਦੇ ਵਿੱਚ ਜੋ ਕੁਝ ਲਿਖਿਆ ਇਹ ਸੱਚ ਹੈ। ਗਰੁੜ ਇੱਕ ਪੰਛੀ ਦਾ ਨਾਮ ਹੈ ਜਿਹਦੇ ਤੇ ਵਿਸ਼ਨੂੰ ਜੀ ਸਵਾਰੀ ਕਰਦੇ ਹੈ। ਮੰਨਿਆ ਜਾਂਦਾ ਹੈ ਕਿ ਵਿਸ਼ਨੂੰ ਜੀ ਨੇ ਗਰੁੜ ਨੂੰ ਜੋ ਕੁਝ ਸੁਣਾਇਆ, ਗਰੁੜ ਨੇ ਫਿਰ ਅੱਗੇ ਸੁਣਾਇਆ, ਉਹਨੂੰ ਲਿਖਿਆ ਗਿਆ, ਉਹਨੂੰ ਗਰੁੜ ਪੁਰਾਣ ਕਿਹਾ ਜਾਂਦਾ ਹੈ। ਕਹਿੰਦੇ ਕਿ ਗਰੁੜ ਪੁਰਾਣ ਦੇ ਅਨੁਸਾਰ ਇਸ ਮਨੁੱਖ ਨੂੰ ਮਰਨ ਤੋਂ ਬਾਅਦ ਸਵਰਗ ਤੱਕ ਪਹੁੰਚਦਿਆਂ 1 ਸਾਲ ਦਾ ਸਮਾਂ ਲੱਗਦਾ ਹੈ। ਤੇ ਨਿਤਿਆਨੰਦ ਉਸ ਪੰਡਤ ਨੇ ਗੁਰੂ ਦਰਬਾਰ ਦੇ ਵਿੱਚ ਇਸ ਗੱਲ ਦੀ ਕਥਾ ਕੀਤੀ। ਜਦੋਂ ਕਥਾ ਦੀ ਸਮਾਪਤੀ ਹੋਈ, ਇੱਕ ਸਿੱਖ ਉੱਠ ਕੇ ਖੜਾ ਹੋ ਗਿਆ। ਉਹ ਕਹਿਣ ਲੱਗਿਆ, ਪੰਡਤ ਜੀ ਤੁਸੀਂ ਕਹਿੰਦੇ 1 ਸਾਲ ਦਾ ਸਮਾਂ ਲੱਗਦਾ ਹੈ? ਪੰਡਤ ਕਹਿੰਦਾ, ਜੀ ਗ੍ਰੰਥ ਕਹਿੰਦੇ ਹੈ। ਸਿੱਖ ਕਹਿਣ ਲੱਗਿਆ ਕਿ ਮੈਂ ਚਾਹਵਾਂ ਤੇ 1 ਮਹੀਨੇ ਦੇ ਵਿੱਚ ਪਹੁੰਚ ਜਾਵਾਂ। ਪੰਡਤ ਬੜਾ ਹੈਰਾਨ ਹੋਇਆ, ਮੇਰਾ ਗ੍ਰੰਥ ਕਹਿੰਦਾ 1 ਸਾਲ ਲੱਗਦਾ, ਤੂੰ 1 ਮਹੀਨੇ ਵਿੱਚ ਕਿਵੇਂ ਚਲਿਆ ਜਾਏਗਾ? ਦੂਸਰਾ ਸਿੱਖ ਉੱਠਿਆ, ਕਹਿਣ ਲੱਗਿਆ ਮਹੀਨਾ ਵੀ ਬੜੀ ਵੱਡੀ ਗੱਲ ਹੈ, ਚਾਹਵਾਂ ਤੇ 1 ਦਿਨ ਵਿੱਚ ਪਹੁੰਚ ਜਾਵਾਂ। ਤੀਸਰਾ ਸਿੱਖ ਕਹਿਣ ਲੱਗਿਆ ਜਾਣਾ ਕੀ ਹੈ, ਸਾਨੂੰ ਇਹੋ ਜਿਹੇ ਸਵਰਗ ਦੀ ਲੋੜ ਹੀ ਕੋਈ ਨਹੀਂ, ਮੈਂ ਸਵਰਗ ਕੀ ਕਰਨਾ ਹੈ। ਸਤਿਗੁਰੂ ਦੀ ਬਾਣੀ ਨੇ ਕਿਹਾ ਕਿ ਇੱਕ ਰੱਬ ਦਾ ਭਗਤ ਹੋਵੇ, ਸਿੱਖ ਹੋਵੇ, ਨਾ ਉਹਨੂੰ ਸਵਰਗ ਦੀ ਲੋੜ ਹੈ ਨਾ ਉਹਨੂੰ ਨਰਕ ਦੀ ਲੋੜ ਹੈ। ਸੰਤਨ ਦੋ ਅਰਾਧੇ, ਭਾਵ ਰੱਦ ਕਰ ਦਿੱਤੇ ਸੰਤਾਂ ਨੇ ਦੋਵੇਂ ਚੀਜ਼ਾਂ, ਨਾ ਉਹਨੂੰ ਸਵਰਗ ਚਾਹੀਦਾ ਹੈ ਨਾ ਉਹਨੂੰ ਨਰਕ ਚਾਹੀਦਾ ਹੈ। ਸਿੱਖ ਕਹਿਣ ਲੱਗੇ, ਕਹਿੰਦਾ ਸਾਨੂੰ ਲੋੜ ਹੀ ਨਹੀਂ ਹੈ। ਉਹ ਘਬਰਾਇਆ ਹੋਇਆ ਨਿਤਿਆਨੰਦ ਪੰਡਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਗਿਆ। ਸਤਿਗੁਰੂ, ਆ ਮੇਰਾ ਧਰਮ ਦਾ ਗ੍ਰੰਥ ਕਹਿੰਦਾ ਹੈ ਕਿ ਇਸ ਮਨੁੱਖ ਨੂੰ ਸਵਰਗ ਤੱਕ ਪਹੁੰਚਦਿਆਂ 1 ਸਾਲ ਦਾ ਸਮਾਂ ਲੱਗਦਾ ਹੈ। ਤੁਹਾਡੇ ਸਿੱਖ ਕਹਿੰਦੇ ਹੈ ਕਿ 1 ਮਹੀਨੇ 'ਚ ਚਲਿਆ ਜਾਵਾਂਗਾ, 1 ਦਿਨ ਵਿੱਚ ਚਲਿਆ ਜਾਵਾਂਗਾ। ਕੋਈ ਕਹਿੰਦਾ ਮੈਨੂੰ ਲੋੜ ਹੀ ਨਹੀਂ। ਆ ਮੇਰਾ ਗ੍ਰੰਥ ਠੀਕ ਕਹਿ ਰਿਹਾ ਹੈ ਜਾਂ ਤੁਹਾਡੇ ਸਿੱਖ ਠੀਕ ਕਹਿ ਰਹੇ ਨੇ? ਮੈਨੂੰ ਸਮਝ ਨਹੀਂ ਆ ਰਹੀ ਤੁਹਾਡੇ ਸਿੱਖ ਝੂਠ ਬੋਲਦੇ ਆ ਕਿ ਸੱਚ ਬੋਲਦੇ ਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਪੰਡਤ ਜੀ, ਤੁਹਾਡਾ ਗ੍ਰੰਥ ਆਪਣੀ ਜਗ੍ਹਾ ਠੀਕ ਹੈ, ਮੇਰੇ ਸਿੱਖ ਆਪਣੀ ਜਗ੍ਹਾ ਠੀਕ ਹੈ। ਇਹ ਗੁਰੂ ਕੇ ਸਿੱਖਾਂ ਦੇ ਕੋਲ ਇੰਨੀਆਂ ਬਖਸ਼ਿਸ਼ਾਂ ਹੈ, ਇਹ ਚਾਹੁਣ ਤੇ ਕੁਝ ਵੀ ਕਰ ਸਕਦੇ ਹੈ। ਪੰਡਤ ਹੈਰਾਨ ਹੋਇਆ, ਗੁਰੂ ਦਰਬਾਰ ਵਿੱਚੋਂ ਚਲਿਆ ਗਿਆ। ਤੇ ਚਲਿਆ ਹੀ ਨਹੀਂ ਗਿਆ, ਬਲਕਿ ਇਸ ਗੱਲ ਦਾ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਸਿੱਖ ਜਿਹੜੇ ਹੈ ਹੁਣ ਸਾਡੇ ਜੂਲੇ ਥੱਲੇ ਆਉਣ ਵਾਲੇ ਨਹੀਂ ਹੈ। ਹੁਣ ਨਹੀਂ ਇਹਨਾਂ ਨੂੰ ਮੂਰਖ ਬਣਾਇਆ ਜਾ ਸਕਦਾ, ਹੁਣ ਨਹੀਂ ਸੰਸਾਰ ਨੂੰ ਲੁੱਟਿਆ ਜਾ ਸਕਦਾ। ਇਵੇਂ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਇੱਕ ਗੁਰੂ ਕਾ ਸਿੱਖ ਰਹਿੰਦਾ ਜਿਹਦਾ ਨਾਮ ਭਾਈ ਤਿਲਕਾ ਹੈ। ਸਤਿਗੁਰੂ ਸਾਹਿਬ ਜੀ ਨੇ ਇਹਨੂੰ ਉਸ ਇਲਾਕੇ ਦਾ ਪ੍ਰਚਾਰਕ ਥਾਪਿਆ ਹੋਇਆ ਹੈ। ਜਦੋਂ ਭਾਈ ਤਿਲਕੇ ਨੇ ਸਿੱਖੀ ਦਾ ਪ੍ਰਚਾਰ ਕੀਤਾ, ਬਹੁਤ ਸਾਰੇ ਲੋਕ ਜਿਹੜੇ ਸਨ ਜੋਗੀਆਂ ਨੂੰ ਛੱਡ ਕੇ, ਸਰਵਰੀਆਂ ਨੂੰ ਛੱਡ ਕੇ ਗੁਰੂ ਕੇ ਸਿੱਖ ਬਣਦੇ ਜਾ ਰਹੇ ਸਨ। ਉਹਨਾਂ ਦੇ ਅੰਦਰੋਂ ਵਹਿਮ ਭਰਮ ਪਖੰਡ ਸਾਰਾ ਕੁਝ ਨਿਕਲਦਾ ਜਾ ਰਿਹਾ ਸੀ।
ਇਹ ਵੇਖ ਕੇ ਉੱਥੇ ਇੱਕ ਜੋਗੀ ਰਹਿੰਦਾ ਸੀ, ਉਹ ਬਹੁਤ ਡਰਿਆ ਘਬਰਾਇਆ। ਉਹਨੇ ਦੁਬਾਰਾ ਤੋਂ ਯਤਨ ਕੀਤਾ ਵੀ ਕਿਸੇ ਤਰੀਕੇ ਦੇ ਨਾਲ ਮੈਂ ਆਪਣੀ ਗਵਾਚ ਚੁੱਕੀ ਸਾਖ ਨੂੰ ਦੁਬਾਰਾ ਬਹਾਲ ਕਰ ਸਕਾਂ। ਕਿਹੜਾ ਤਰੀਕਾ ਹੋਵੇ ਇਹ ਲੋਕ ਦੁਬਾਰਾ ਮੈਨੂੰ ਮੱਥੇ ਟੇਕਣੇ ਸ਼ੁਰੂ ਕਰ ਦੇਣ, ਦੁਬਾਰਾ ਮੈਨੂੰ ਭੇਟਾਵਾਂ ਚੜਾਉਣ। ਬਲਕਿ ਇਸ ਭਾਈ ਤਿਲਕੇ ਦੇ ਕਰਕੇ ਲੋਕ ਜਿਹੜੇ ਹੈ ਮੈਨੂੰ ਮੰਨਣ ਤੋਂ ਇਨਕਾਰੀ ਹੋ ਗਏ ਹੈ, ਉਹ ਸਿੱਖ ਬਣਦੇ ਜਾ ਰਹੇ ਹੈ। ਇੱਕ ਦਿਨ ਜੋਗੀ ਨੇ ਛੜਯੰਤਰ ਰਚਿਆ, ਆਪਣੇ ਚੇਲਿਆਂ ਦੇ ਰਾਹੀਂ ਝੂਠਾ ਪ੍ਰਚਾਰ ਕਰਵਾ ਦਿੱਤਾ ਕਿ ਰਾਤ ਜੋਗੀ ਜੀ ਨੂੰ ਸੁਪਨੇ ਦੇ ਵਿੱਚ ਸ਼ਿਵ ਜੀ ਦੇ ਦਰਸ਼ਨ ਹੋਏ ਸੀ ਤੇ ਸ਼ਿਵ ਜੀ ਨੇ ਕਿਹਾ ਕਿ ਜਿਹੜਾ ਜੋਗੀ ਦੇ ਦਰਸ਼ਨ ਕਰੇਗਾ ਉਹਨੂੰ 1 ਸਾਲ ਵਾਸਤੇ ਸਵਰਗ ਦੀ ਪ੍ਰਾਪਤੀ ਹੋਵੇਗੀ। ਜਦੋਂ ਧੜਾ ਧੜ ਜੋਗੀ ਦੇ ਚੇਲਿਆਂ ਨੇ ਇਹ ਪ੍ਰਚਾਰ ਕੀਤਾ ਵੀ ਅੱਜ ਜਿਹੜਾ ਜੋਗੀ ਦੇ ਦਰਸ਼ਨ ਕਰੇਗਾ ਉਹਨੂੰ ਸਵਰਗ ਦੀ ਪ੍ਰਾਪਤੀ ਹੋਏਗੀ, ਉੱਥੇ ਜੋਗੀ ਦੇ ਆਸ਼ਰਮ ਦੇ ਵਿੱਚ ਦਰਸ਼ਨ ਕਰਨ ਵਾਲਿਆਂ ਦੀਆਂ ਭੀੜਾਂ ਇਕੱਠੀਆਂ ਹੋ ਗਈਆਂ। ਧੜਾ ਧੜ ਲੋਕ ਲਿਆ ਕੇ ਕੀਮਤੀ ਭੇਟਾਵਾਂ ਚੜਾਉਣ ਲੱਗੇ। ਅਗਿਆਨਤਾ ਵਿੱਚ ਪਏ ਹੋਏ ਲੋਕ, ਮੂਰਖਤਾ ਵਿੱਚ ਪਏ ਹੋਏ ਲੋਕ ਸਵਰਗ ਦੀ ਖਾਤਰ, ਪ੍ਰਾਪਤੀ ਦੀ ਖਾਤਰ ਜੋਗੀ ਦੇ ਦਰਸ਼ਨ ਕਰਨ ਲੱਗੇ ਤੇ ਭੇਟਾਵਾਂ ਚੜਾਉਣ ਲੱਗੇ। ਜੋਗੀ ਨੇ ਦੇਖਿਆ ਬਾਕੀ ਤੇ ਸਾਰੇ ਲੋਕ ਆਏ ਮੇਰੇ ਦਰਸ਼ਨ ਕਰਨ ਵਾਸਤੇ, ਪਰ ਨਹੀਂ ਆਇਆ ਤੇ ਜਿਹਦੇ ਵਾਸਤੇ ਛੜਯੰਤਰ ਰਚਿਆ ਸੀ ਉਹ ਭਾਈ ਤਿਲਕਾ ਨਹੀਂ ਆਇਆ। ਜੋਗੀ ਚਾਹੁੰਦਾ ਸੀ ਕਿ ਭਾਈ ਤਿਲਕਾ ਵੀ ਆਣ ਕੇ ਮੇਰੇ ਦਰਸ਼ਨ ਕਰੇ ਤੇ ਮੈਂ ਲੋਕਾਂ ਨੂੰ ਕਹਿ ਸਕਾਂ ਜਿਹਦੇ ਮਗਰ ਤੁਸੀਂ ਲੱਗਦੇ ਹੋ ਤੇ ਮੇਰੇ ਦਰਸ਼ਨ ਕਰਦਾ ਫਿਰਦਾ ਹੈ, ਪਰ ਭਾਈ ਤਿਲਕਾ ਜੀ ਨਹੀਂ ਆਏ। ਜੋਗੀ ਨੇ ਆਪਣੇ ਚੇਲਿਆਂ ਦੇ ਰਾਹੀਂ ਸੁਨੇਹਾ ਭੇਜਿਆ, ਜਾਓ ਭਾਈ ਤਿਲਕੇ ਨੂੰ ਕਹੋ ਤੈਨੂੰ ਸਵਰਗ ਦੀ ਲੋੜ ਨਹੀਂ, ਤੂੰ ਵੀ 1 ਸਾਲ ਵਾਸਤੇ ਸਵਰਗ ਲੈ ਲੈ। ਜੋਗੀ ਦੇ ਚੇਲੇ ਨੇ ਜਾ ਕੇ ਕਿਹਾ ਵੀ ਤੂੰ ਵੀ 1 ਸਾਲ ਵਾਸਤੇ ਸਵਰਗ ਲੈ ਲੈ। ਭਾਈ ਤਿਲਕਾ ਜੀ ਕਹਿਣ ਲੱਗੇ, ਕਹਿੰਦੇ ਮੈਨੂੰ ਲੋੜ ਕੋਈ ਨਹੀਂ। ਜੋਗੀ ਨੇ ਦੂਸਰੇ ਵਾਰ ਭੇਜਿਆ, ਕਹਿਣ ਲੱਗਿਆ ਜਾਓ ਉਹਨੂੰ ਕਹੋ ਲੋਕਾਂ ਵਾਸਤੇ 1 ਸਾਲ, ਜੇ ਤਿਲਕਾ ਦਰਸ਼ਨ ਕਰਨ ਵਾਸਤੇ ਆਵੇ ਉਹਨੂੰ 2 ਸਾਲ ਵਾਸਤੇ ਸਵਰਗ ਦੇ ਦਿਆਂਗਾ। ਜੋਗੀ ਦੇ ਚੇਲੇ ਨੇ ਜਾ ਕੇ ਦੁਬਾਰਾ ਕਿਹਾ ਕਿ ਭਾਈ ਤਿਲਕਾ ਜੀ, ਜੋਗੀ ਜੀ ਕਹਿੰਦੇ ਤੇਰੇ ਵਾਸਤੇ 2 ਸਾਲ ਦਾ ਸਵਰਗ ਹੋਵੇਗਾ। ਭਾਈ ਤਿਲਕਾ ਕਹਿੰਦੇ ਮੈਨੂੰ ਲੋੜ ਹੀ ਨਹੀਂ। ਉਹਨੇ ਤੀਜੀ ਵਾਰ ਫੇਰ ਸੁਨੇਹਾ ਭੇਜਿਆ। ਜਦੋਂ ਭਾਈ ਤਿਲਕਾ ਜੀ ਨਾ ਆਏ, ਜੋਗੀ ਕਹਿੰਦਾ ਚੱਲ ਖੁਦ ਹੀ ਮੈਂ ਚੱਲ ਜਾਣਾ ਉਹਨੂੰ ਦਰਸ਼ਨ ਦੇਣ ਵਾਸਤੇ। ਜੋਗੀ ਖੁਦ ਹੀ ਭਾਈ ਤਿਲਕੇ ਦੇ ਘਰ ਵੱਲ ਨੂੰ ਚੱਲ ਪਿਆ। ਭਾਈ ਤਿਲਕਾ ਜੀ ਨੂੰ ਪਤਾ ਲੱਗਾ ਜੋਗੀ ਘਰ ਆ ਰਿਹਾ ਹੈ, ਉਹਨਾਂ ਨੇ ਅੱਗੋਂ ਦਰਵਾਜ਼ਾ ਬੰਦ ਕਰ ਲਿਆ। ਜੋਗੀ ਦਰਵਾਜ਼ੇ ਤੇ ਖੜਾ ਕਹਿ ਰਿਹਾ, ਤਿਲਕਿਆ ਉਹ ਤੂੰ ਮੇਰੇ ਦਰਸ਼ਨ ਕਰਨ ਨਹੀਂ ਆਇਆ, ਮੇਰੇ ਮਨ ਦਾ ਖਿਆਲ ਹੈ ਕਿ ਮੈਂ ਖੁਦ ਹੀ ਤੈਨੂੰ ਦਰਸ਼ਨ ਦੇ ਜਾਵਾਂ, ਕਿਉਂਕਿ ਤੇਰੇ ਵਰਗਾ ਇੱਕ ਧਰਮੀ ਪਰਉਪਕਾਰੀ ਮਹਾਂਪੁਰਖ ਸਵਰਗਾਂ ਤੋਂ ਵਾਂਝਾ ਰਹਿ ਜਾਵੇ, ਇਹ ਗੱਲ ਮੈਨੂੰ ਚੰਗੀ ਨਹੀਂ ਲੱਗੇਗੀ, ਇਸ ਕਰਕੇ ਤੈਨੂੰ ਖੁਦ ਹੀ ਦਰਸ਼ਨ ਦੇਣ ਵਾਸਤੇ ਆ ਗਿਆ। ਭਾਈ ਤਿਲਕਾ ਜੀ ਕਹਿਣ ਲੱਗੇ, ਕਹਿੰਦੇ ਮੈਨੂੰ ਸਵਰਗ ਦੀ ਲੋੜ ਹੀ ਕੋਈ ਨਹੀਂ, ਮੈਂ ਤੇਰੇ ਦਰਸ਼ਨ ਕਰਨੇ ਹੀ ਨਹੀਂ। ਜੋਗੀ ਕਹਿੰਦਾ ਇੱਕ ਵਾਰੀ ਬੂਹਾ ਤੇ ਖੋਲ, ਇੱਕ ਵਾਰੀ ਦਰਸ਼ਨ ਕਰ ਲੈ। ਭਾਈ ਤਿਲਕਾ ਕਹਿੰਦੇ ਕਰਨੇ ਹੀ ਨਹੀਂ। ਜੋਗੀ ਬੂਹੇ ਤੇ ਖੜਾ ਕਲਪਣ ਲੱਗ ਗਿਆ ਕਿ ਮੈਂ ਚੱਲ ਕੇ ਆਇਆ ਹਾਂ ਤਾਂ ਵੀ ਇਹ ਤਿਲਕਾ ਮਿਲਣ ਵਾਸਤੇ ਤਿਆਰ ਨਹੀਂ। ਵਾਸਤੇ ਪਾਉਣ ਲੱਗਾ, ਕਹਿੰਦਾ ਹੇ ਤਿਲਕਿਆ, ਤੈਨੂੰ ਤੇਰੇ ਗੁਰੂ ਦਾ ਵਾਸਤਾ, ਇੱਕ ਵਾਰੀ ਬੂਹਾ ਤੇ ਖੋਲ। ਹੁਣ ਭਾਈ ਤਿਲਕਾ ਜੀ ਨੇ ਬੂਹਾ ਖੋਲਿਆ। ਜੋਗੀ ਆਇਆ ਤੇ ਜੋਗੀ ਕਹਿਣ ਲੱਗਿਆ, ਕਹਿੰਦਾ ਇੱਕ ਗੱਲ ਦੱਸ, ਤੇਰਾ ਗੁਰੂ ਕੌਣ ਹੈ? ਤੈਨੂੰ ਸਵਰਗ ਦੀ ਪਰਵਾਹ ਨਹੀਂ, ਮੈਂ ਇੱਕ ਵਾਰ ਐਲਾਨ ਕੀਤਾ, ਇਹ ਲੋਕ ਧੜਾ ਧੜ ਮੈਨੂੰ ਮੱਥੇ ਟੇਕਣ ਵਾਸਤੇ ਆ ਗਏ, ਕੀ ਕਾਰਨ ਹੈ? ਤੂੰ ਆਇਆ ਨਹੀਂ, ਜੇ ਆਇਆ ਨਹੀਂ ਦੱਸ ਤੇਰੇ ਕੋਲ ਕਿਹੜੇ ਗੁਰੂ ਦੀ ਤਾਕਤ ਹੈ, ਤੇਰਾ ਗੁਰੂ ਕੌਣ ਹੈ? ਕਹਿੰਦਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਜੋਗੀ ਕਹਿੰਦਾ ਵੀ ਜਿਹੜੇ ਸਿੱਖ ਵਿੱਚ ਇੰਨੀ ਤਾਕਤ ਹੈ ਉਹਦੇ ਗੁਰੂ ਵਿੱਚ ਕਿੰਨੀ ਤਾਕਤ ਹੋਵੇਗੀ? ਜੋਗੀ ਕਹਿੰਦਾ ਚੱਲ ਮੈਂ ਵੀ ਉਸ ਗੁਰੂ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਭਾਈ ਤਿਲਕਾ ਜੀ ਕਹਿੰਦੇ ਚੱਲੇ ਹੁਸ਼ਿਆਰਪੁਰ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ। ਚਲਦਿਆਂ ਚਲਦਿਆਂ ਰਸਤੇ ਦੇ ਵਿੱਚ ਆਣ ਕੇ ਜੋਗੀ ਦੀ ਵਡੇਰੀ ਉਮਰ ਸੀ। ਜੋਗੀ ਨੇ ਪੁੱਛਿਆ ਵੀ ਤੇਰੇ ਗੁਰੂ ਦੀ ਉਮਰ ਕਿੰਨੀ ਕੁ ਹੈ? ਭਾਈ ਤਿਲਕਾ ਜੀ ਕਹਿਣ ਲੱਗੇ, ਕਹਿੰਦੇ ਕੋਈ ਚੜ੍ਹਦੀ ਜਵਾਨੀ ਹੈ, ਘੋੜਿਆਂ ਦੇ ਸ਼ਾਹੇ ਸਵਾਰ ਨੇ, ਸੀਸ ਤੇ ਸੁੰਦਰ ਕਲਗੀ ਹੈ,
ਮੀਰੀ ਤੇ ਪੀਰੀ ਦੀਆਂ 2 ਤੇਗਾਂ ਧਾਰਨ ਕੀਤੀਆਂ ਹੋਈਆਂ। ਜੋਗੀ ਰੁਕ ਗਿਆ। ਮਨ ਅੰਦਰ ਖਿਆਲ ਆਇਆ, ਇੱਕ ਚੜ੍ਹਦੀ ਜਵਾਨੀ ਨੌਜਵਾਨ ਗੁਰੂ ਨੂੰ ਜਾ ਕੇ ਮੱਥਾ ਟੇਕਾਂਗਾ। ਉਹ ਮੇਰੀ ਹੱਦੋਂ ਵੱਧ ਉਮਰ ਹੋ ਗਈ, ਮੈਂ ਇੰਨੀ ਵੱਡੀ ਉਮਰ ਦਾ ਮੈਂ ਤੇ ਉਸ ਨੌਜਵਾਨ ਗੁਰੂ ਨੂੰ ਮੱਥਾ ਟੇਕਾਂਗਾ, ਮੇਰੇ ਪੱਲੇ ਕੀ ਰਵੇਗਾ। ਜੋਗੀ ਰੁਕ ਗਿਆ। ਭਾਈ ਤਿਲਕਾ ਕਹਿੰਦੇ ਤੁਰਦਾ ਨਹੀਂ, ਕਹਿੰਦਾ ਮੇਰੀ ਉਮਰ ਵਡੇਰੀ ਹੈ, ਛੋਟੀ ਉਮਰ ਨੂੰ ਮੱਥਾ ਟੇਕਦਾ ਮੈਂ ਚੰਗਾ ਨਹੀਂ ਲੱਗਾਂਗਾ। ਭਾਈ ਤਿਲਕਾ ਕਹਿੰਦਾ ਚੱਲ ਮੱਥਾ ਨਾ ਟੇਕੀ, ਹੁਣ ਤੂੰ ਆਇਆ ਹੈ, ਇੱਕ ਵਾਰੀ ਗੁਰੂ ਦਰਬਾਰ ਵਿੱਚ ਜਾ ਤੇ ਆ, ਨਾ ਮੱਥਾ ਟੇਕੀ। ਪਤਾ ਹੈ ਭਾਈ ਤਿਲਕੇ ਨੂੰ, ਜਾ ਤੇ ਸਹੀ, ਤੇਰੇ ਕੋਲ ਰਿਹਾ ਹੀ ਨਹੀਂ ਜਾਣਾ, ਤੂੰ ਆ ਮੁਹਾਰੇ ਟੇਕ ਦੇਣਾ ਹੈ। ਉਸ ਵਕਤ ਭਾਈ ਤਿਲਕਾ ਜੀ ਉਸ ਜੋਗੀ ਨੂੰ, ਹੋਰ ਸੰਗਤਾਂ ਨਾਲ ਆ ਰਹੀਆਂ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋਏ। ਕੁਝ ਵਿਦਵਾਨਾਂ ਦੀ ਰਾਏ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅੱਗੇ ਪਰਦਾ ਤਾਣ ਦਿੱਤਾ ਕਿ ਜੋਗੀ ਮੱਥੇ ਨਾ ਲੱਗ ਸਕੇ। ਜਿਹੜੀ ਸੰਗਤ ਆਈ ਉਹਨੂੰ ਪਰਦੇ ਦੇ ਪਰਲੇ ਪਾਸੇ ਬਿਠਾਇਆ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਇਸ ਪਾਸੇ ਬੈਠੇ। ਵਿਚਾਰ ਚਰਚਾ ਹੋਈ, ਜੋਗੀ ਨੇ ਸਵਾਲ ਕੀਤੇ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਵਾਬ ਦਿੱਤੇ। ਜਦੋਂ ਜੋਗੀ ਪੂਰੇ ਤਰ੍ਹਾਂ ਦੇ ਨਾਲ ਨਿਰੁੱਤਰ ਹੋ ਗਿਆ, ਹੁਣ ਹੱਥ ਜੋੜ ਜੋੜ ਕੇ ਕਹਿੰਦਾ, ਸਤਿਗੁਰੂ ਕਿਰਪਾ ਕਰਕੇ ਦਰਸ਼ਨ ਦਿਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਿੱਖਾਂ ਨੂੰ ਕਿਹਾ, ਪਰਦਾ ਹਟਾ ਦਿਓ। ਜੋਗੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਡਿੱਗ ਪਿਆ। ਕੀ ਦੇਖਦਾ ਏ? ਸੀਸ ਦੇ ਉੱਪਰ ਸੁੰਦਰ ਕਲਗੀ ਸਜਾਈ ਹੋਈ ਹੈ। ਅੱਜ ਤੱਕ ਤੇ ਧਰਮ ਦੇ ਆਗੂ ਇੱਦਾਂ ਦੇ ਵੇਖੇ ਸੀ ਜਿਨ੍ਹਾਂ ਨੇ ਜੜਾਵਾਂ ਵਧਾਈਆਂ ਹੋਣ, ਸਿਰ 'ਚ ਸਵਾਹ ਪਾਈ ਹੋਵੇ, ਇਤਿਆਦਿਕ ਤਰੀਕੇ ਦੇ ਨਾਲ। ਕੋਈ ਗ੍ਰਸਤੀ ਗੁਰੂ ਹੋਵੇ, ਇਹ ਪਹਿਲੀ ਵਾਰ ਵੇਖਿਆ ਹੈ। ਗ੍ਰਸਤੀ ਗੁਰੂ ਹੈ, 2 ਤਲਵਾਰਾਂ ਧਾਰਨ ਕੀਤੀਆਂ ਹੈ, ਤਖਤ ਲਾ ਕੇ ਬੈਠਾ ਹੋਇਆ ਹੈ। ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਮੱਥੇ ਟੇਕਦੀਆਂ, ਨਮਸਕਾਰ ਕਰਦੀਆਂ ਤੇ ਇੱਥੇ ਬਸ ਨੇ ਕੀਮਤੀ ਤੋਂ ਕੀਮਤੀ ਭੇਟਾਵਾਂ ਚੜਾ ਰਹੀਆਂ। ਉਹ ਜੋਗੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅੱਗੇ ਝੁਕ ਗਿਆ, ਨਮਸਕਾਰ ਕੀਤੇ। ਇਸ ਤਰ੍ਹਾਂ ਦੇ ਨਾਲ ਸਤਿਗੁਰੂ ਸਾਹਿਬ ਜੀ ਨੇ ਤੇ ਗੁਰੂ ਕੇ ਪਿਆਰੇ ਸਿੱਖਾਂ ਨੇ ਜਿੱਥੇ ਜਿੱਥੇ ਗਏ ਸਿੱਖੀ ਦਾ ਮਹਾਨ ਪ੍ਰਚਾਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਗੋਬਿੰਦਪੁਰਾ, ਜਿਹਦਾ ਬਾਅਦ ਵਿੱਚ ਨਾਂ ਹਰਗੋਬਿੰਦਪੁਰਾ ਪੈ ਗਿਆ, ਇਹਦੀ ਨਵੀਂ ਉਸਾਰੀ ਕਰਵਾਈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਸ਼ਮੀਰ ਦੀ ਧਰਤੀ 'ਤੇ ਵੀ ਗਏ, ਗੁਜਰਾਤ ਦੇ ਵਿੱਚ ਵੀ ਗਏ ਜਿੱਥੇ ਸ਼ਾਹਦੌਲਾ ਫਕੀਰ ਮਿਲਿਆ, ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਸਿੱਖ ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਵਿਵੇਕਸਰ ਸਰੋਵਰ ਜਿਹੜਾ ਤਿਆਰ ਕਰਵਾਇਆ। ਨਾਲ ਹੀ ਜਿਹੜਾ ਲੋਹਗੜ੍ਹ ਦਾ ਛੋਟਾ ਕਿਲ੍ਹਾ ਤਿਆਰ ਕਰਵਾਇਆ ਸੀ, ਉਹਦੀ ਮਜ਼ਬੂਤੀ ਦੇ ਵਾਸਤੇ ਵੱਡੇ ਪੱਧਰ ਦੇ ਉੱਪਰ ਉਹਦਾ ਕੰਮ ਹੋਰ ਕਰਵਾਇਆ। ਸਤਿਗੁਰੂ ਨੇ ਹੋਰ ਕਿਲ੍ਹੇ ਨੂੰ ਮਜ਼ਬੂਤ ਕੀਤਾ, ਵਿਵੇਕਸਰ ਨੂੰ ਤਿਆਰ ਕਰਵਾਇਆ ਗਿਆ। ਨਾਲ ਹੀ ਸਤਿਗੁਰੂ ਨੇ ਹੋਰ ਜਿਹੜੇ ਸਿੱਖੀ ਦੇ ਅਧੂਰੇ ਕਾਰਜ ਪਏ ਸੀ, ਉਹਨਾਂ ਸਾਰਿਆਂ ਕਾਰਜਾਂ ਨੂੰ ਪੂਰਿਆਂ ਕੀਤਾ। ਵੱਡੇ ਪੱਧਰ ਦੇ ਉੱਪਰ ਵੱਖ-ਵੱਖ ਥਾਵਾਂ ਦੇ ਉੱਪਰ ਜਾ ਕੇ ਸਤਿਗੁਰੂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਮੰਨ ਲਓ ਮੀਰੀ ਪੀਰੀ ਦੇ ਰੂਪ ਵਿੱਚ ਸਿੱਖ ਸੰਗਤਾਂ ਦੇ ਵਿੱਚ ਇੱਕ ਨਵੀਂ ਜਾਗਰਤੀ ਜਿਹੜੀ ਹੈ ਸਤਿਗੁਰੂ ਸਾਹਿਬ ਜੀ ਨੇ ਭਰ ਦਿੱਤੀ। ਚੜ੍ਹਦੀ ਜਵਾਨੀ ਦੇ ਵਿੱਚ ਸਤਿਗੁਰੂ ਇਸ ਸਿੱਖੀ ਦਾ ਮਹਾਨ ਕਾਰਜ ਕਰਦੇ ਰਹੇ। ਉਹਨਾਂ ਨੂੰ ਮੀਰੀ ਪੀਰੀ ਦੇ ਮਾਲਕ, ਉਹਨਾਂ ਨੂੰ ਬੰਦੀ ਛੋੜ ਦਾਤਾ, ਉਹਨਾਂ ਨੇ ਸੀਸ 'ਤੇ ਲੱਗੀ ਸੁੰਦਰ ਕਲਗੀ ਦੇ ਕਰਕੇ ਸੋਹਣਿਆਂ ਦੇ ਸਰਤਾਜ ਕਹਿ ਕੇ ਸਿੱਖ ਸੰਗਤਾਂ ਯਾਦ ਕਰਦੀਆਂ ਰਹੀਆਂ। ਜਿੱਥੇ ਜਿੱਥੇ ਜਾ ਕੇ ਸਤਿਗੁਰੂ ਸਾਹਿਬ ਨੇ ਸਿੱਖੀ ਦਾ ਪ੍ਰਚਾਰ ਕੀਤਾ, ਉੱਥੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੋਏ। ਤੇ ਜਿੱਥੇ ਕਿਸੇ ਪਿਆਰ ਵਾਲੇ ਨੇ ਸਤਿਗੁਰੂ ਨੂੰ ਚੇਤੇ ਕੀਤਾ, ਸਤਿਗੁਰੂ ਉੱਥੇ ਜਾ ਕੇ ਉਹਦੇ ਮਨ ਦੀ ਭਾਵਨਾ ਨੂੰ ਪੂਰਿਆਂ ਕਰਦੇ ਰਹੇ। ਆਪਾਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਸਕੀਏ, ਸਤਿਗੁਰੂ ਉਹ ਮੀਰੀ ਪੀਰੀ ਦਾ ਜਿਹੜਾ ਸਿਧਾਂਤ ਆਪ ਜੀ ਨੇ ਸਥਾਪਿਤ ਕੀਤਾ, ਉਹਨੂੰ ਅਸੀਂ ਧਾਰਨ ਕਰ ਸਕੀਏ ਤਾਂ ਕਿ ਆਪਾਂ ਵੀ ਮਨੁੱਖਾ ਜੀਵਨ ਨੂੰ ਸਫਲ ਬਣਾ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਦੀ ਖਿਮਾ, ਅੱਗੇ ਵਾਸਤੇ ਸਮਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਚਨ